ਤੁਸੀਂ ਦੇਖ ਰਹੇ ਹੋ 24 पंजाब न्यूज़ चैनल सबसक्राइब करना तो 24 पंजाब न्यूज़ के पेज लाइक करना ना भूलो। एक्सप्रैस वे जो बन रहा है उस संबंधी पिंड रोशनवाले विखे धरना चल रहा है, जो कि काफ़ी समय तो धरना चल रहा है। अज इस मौके पर अनमोल गगन मान आम आदमी पार्टी के पहुंचे, जिते कि उन्होंने एक्सप्रेस बन रहे हैं उस संबंधी कुछ खास गलबात की। तो उन्होंने कहा कि अगर किसान जमीन नहीं देने चाहते तो सरकार को धक्का नहीं करना चाहिए, अगर सरकार को देने हैं तो इन्हों की बनदी कीमत मुआवजे देने चाहिए, तो ही सड़क बनने का कोई फायदा है। जिथे कि होर उन्होंने होर की बोलिया तो कैप्टन सरकार के किए तिखे हमले और सरकार को की बेनती है कि कैप्टन सरकार का रहा अखीरले साल बारे की बोले। अनमोल गगन मान रिपोर्ट कृष्ण गर्ग की भवानीगढ़ गल भी हुणे नहीं दोस्त जी बाबा जी गुनाह एक होया साथों ही गुनाह हो गया सी। हल पंजा कराना जेडे हुण कह नहीं सकते, जेडे चौकीदारे दे लैक सी मंत्री असीं कह नहीं सकते, पर यही दुखांत है भी जेड़ा बंदा चौकीदारे दे लैक सीगा वो मंत्री बन के गलत बंदे चुनदे जी। सो असी पिंड रोशनवाला च खड़े हाँ, पिंड दे किसान खड़े ने। मोदी सरकार एक भारतमाला नाम का प्रोजैक्ट इत्थे एक्सप्रैस हाईवे कढ़ रही है, किसानां दीयां ज़मीनां हड़प रही है जिवें पहलां हुंदा आ रहा है। जिस मसले नूं लैके 3 काले कानूनां नूं लैके जिहड़े साडे किसान वीर ने दिल्ली बैठे ने उन्हां ने जुड़िया मसला, क्योंकि उत्थे भी कॉरपोरेट वालियां दा पंगा, इत्थे भी ये जिहड़ियां सड़कां कड्ढियां जा रहीआं कॉरपोरेट घराणिਆਂ ਲਈ कड्ढियां जा रहीआं भी कॉरपोरेट नूं फायदा हो सके। उन्हां दीयां जिहड़ियां ते फैक्टरीआं इंडस्ट्रीज़ लगणगीਆਂ, ਜਿਹੜਾ ਇਹਨਾਂ ਨੇ ਖੇਤੀ ਦਾ ਮੰਡੀਕਰਨ ਖਤਮ ਕਰਨਾ, ਫਿਰ ਉਹਨਾਂ ਲਈ ਉਹਨਾਂ ਨੂੰ ਢੋਣ ਲਈ ਸਮਾਨ ਹੁਣ ਵੱਡੀਆਂ ਵੱਡੀਆਂ ਸੜਕਾਂ ਚਾਹੀਦੀਆਂ ਨੇ। ਹੁਣ ਜਿਹੜੀ ਪੰਜਾਬ ਸਰਕਾਰ ਆ ਉਹ ਜਿਹੜੀਆਂ ਜ਼ਮੀਨਾਂ ਦਾ ਮੁੱਲ 9-9 ਲੱਖ ਰੁਪਈਆ 6 ਤੋਂ 9 ਲੱਖ ਰੁਪਈਆ ਪਾ ਰਹੀ ਆ, ਬਲਕਿ ਮਾਰਕੀਟ ਵੈਲਿਊ ਇਹਨਾਂ ਦੀ ਰਜਿਸਟਰੀਆਂ ਪਈਆਂ ਨੇ। ਇਹਨਾਂ ਦੀ ਫੱਗੂਵਾਲਾ ਦੀ 2018 ਦੀ 27 ਲੱਖ ਰੁਪਈਆ ਕਿੱਲੇ ਦੀ, ਠੀਕ ਹੈ ਜੀ। ਆ 66 ਲੱਖ ਰੁਪਈਆ ਕਾਬਦਾਂ ਦੀ 2018 ਦੀ 66 ਲੱਖ ਦੀ ਹੈ, ਤੇ 2017 ਦੀ ਆ 19 ਲੱਖ ਦੀ ਆ ਸੰਤੋਖਪੁਰ ਦੀ। ਸੋ ਇਦਾਂ ਹੀ ਸਾਰੀਆਂ 30 ਲੱਖ ਦੀ ਆ ਕਾਬਦਾਂ ਦੀ 2017 ਦੀ। ਜਦੋਂ ਜ਼ਮੀਨਾਂ ਦੇ ਮੁੱਲ 50-50 60-60 30-30 ਲੱਖ ਤੋਂ ਪਲੱਸ ਨੇ ਸਾਰਿਆਂ ਦੇ, ਤਾਂ ਕੈਪਟਨ ਸਰਕਾਰ ਕੈਪਟਨ ਸਾਹਿਬ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਡੇ ਬੰਦੇ ਜਿਹੜੇ ਵੀ ਇੱਥੇ ਦੇਖਣ ਆਉਂਦੇ ਨੇ ਝੰਡੇ ਗੱਡ ਕੇ ਨੇਰੇ ਸਵੇਰੇ ਆ ਕੇ ਚੋਰੀਆਂ, ਤੁਸੀਂ ਚੁੱਪਚਾਪ ਕਰਕੇ ਇੱਕ ਨੋਟਿਸ ਕੱਢ ਦਿੱਤਾ ਕਿਸਾਨਾਂ ਦੇ ਲਈ ਵੀ ਤੁਹਾਡੀਆਂ ਜ਼ਮੀਨਾਂ ਸੜਕਾਂ ਦੇ ਵਿੱਚ ਆ ਗਈਆਂ, ਹਾਈਵੇ ਬਣਾ ਰਹੇ ਆ। ਪਹਿਲੀ ਗੱਲ ਇਹ ਆ ਵੀ ਇਹ ਕਿਸਾਨਾਂ ਦੀ ਜ਼ਮੀਨ ਕਿਸੇ ਦੀ ਜ਼ਗੀਰ ਨਹੀਂ, ਇਹ ਇਸ ਜ਼ਮੀਨ ਦੇ ਮਾਲਕ ਆ, ਇਹਨਾਂ ਦਾ ਮੋਹ ਜੁੜੇ, ਇਹਨਾਂ ਦੇ ਪੁਰਖਿਆਂ ਨੇ ਇਹ ਜ਼ਮੀਨਾਂ ਬਾਈਆਂ ਨੇ। ਤੁਸੀਂ ਇੱਕ ਮੀਟਿੰਗ ਕਰੋ, ਕਿਸਾਨਾਂ ਨੂੰ ਪੁੱਛੋ ਵੀ ਹਾਂ ਅਸੀਂ ਤੁਹਾਡੀਆਂ ਜ਼ਮੀਨਾਂ ਲੈਣੀਆਂ ਨੇ, ਆਹ ਪ੍ਰੋਜੈਕਟ ਕੱਢ ਰਹੇ ਆ, ਇਸ ਚੀਜ਼ ਨਾਲ ਤੁਹਾਡਾ ਆਹ ਫਾਇਦਾ ਹੋਣਾ। ਜਿਹੜਾ 2013 ਵਿੱਚ ਇੱਕ ਐਕਟ ਬਣਿਆ ਸੀਗਾ ਆਪਣਾ ਲੈਂਡ ਐਕੁਜੀਸ਼ਨ ਐਂਡ ਰੀਹੈਬਿਲਿਟੇਸ਼ਨ, ਕਿ ਜਿਹਦੇ ਵਿੱਚ ਕਿਸਾਨਾਂ ਨੂੰ ਜੇ ਕਿਸੇ ਕਿਸਾਨ ਦੀ ਹਾਈਵੇ ਵਿੱਚ ਜਾਂ ਕਿਸੇ ਪ੍ਰੋਜੈਕਟ ਵਿੱਚ ਜ਼ਮੀਨ ਆਉਂਦੀ ਹੈ ਤਾਂ ਉਹਨੂੰ ਉਹਦੀ ਜ਼ਮੀਨ ਤੋਂ ਮਾਰਕੀਟ ਰੇਟ ਤੋਂ 4 ਗੁਣਾ ਰੇਟ ਦਿੱਤਾ ਜਾਊ, ਸਰਕਾਰੀ ਨੌਕਰੀ ਦਿੱਤੀ ਜਾਊ, ਪੈਨਸ਼ਨ ਦਿੱਤੀ ਜਾਊਗੀ। ਤੇ ਮੈਨੂੰ ਇਹ ਦੱਸੋ ਵੀ ਤੁਸੀਂ ਜਿਹੜਾ ਮਾਰਕੀਟ ਰੇਟ ਆ ਉਹ ਤੋਂ ਅੱਧਾ ਮੁੱਲ ਵੀ ਨਹੀਂ ਦੇ ਰਹੇ। ਦੂਜੇ ਨੰਬਰ ਉੱਤੇ ਤੁਸੀਂ ਕੋਈ ਨੌਕਰੀ ਦੀ ਸਰਕਾਰੀ ਦੀ ਗੱਲ ਨਹੀਂ ਕਰ ਰਹੇ। ਤੀਜੇ ਨੰਬਰ ਉੱਤੇ ਪੈਨਸ਼ਨ ਦੀ ਗੱਲ ਤੇ ਦੂਰ ਦੀ ਗੱਲ ਆ। ਫਿਰ ਜਦੋਂ ਤੁਸੀਂ 10 ਫੁੱਟ ਉੱਚੀ ਸੜਕ ਕੱਢ ਰਹੇ ਹੋ ਤਾਂ ਤੁਸੀਂ ਕੋਈ ਪਾਈਪਲਾਈਨ ਦੀ ਗੱਲ ਨਹੀਂ ਕਰ ਰਹੇ, ਕੋਈ ਸਰਵਿਸ ਲਾਈਨ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਉੱਪਰ ਸੜਕ ਕੱਢ ਕੇ ਕਿਸਾਨ ਦੀ ਕਿਸੇ ਦੀ 5 ਕਿੱਲੇ ਵਾਲੇ ਦੀ ਜ਼ਮੀਨ 2 ਫਾੜ ਕਰਕੇ ਉਹਦੇ ਪੱਲੇ ਰਹਿ ਕੀ ਜਾਊ। ਆ ਕਿਸਾਨ ਬਾਬਾ ਜੀ ਹੁਣੀ ਖੜੇ ਨੇ, ਉਹ ਕਹਿੰਦੇ ਮੇਰਾ ਘਰ ਵੀ ਆ ਗਿਆ, ਮੇਰੀ ਸਾਰੀ ਜ਼ਮੀਨ ਵੀ ਆ ਗਈ। ਆ ਸਾਹਮਣੇ ਜ਼ਮੀਨ ਆ ਬਾਈ ਜੀ, ਉੱਧਰ ਦਿਖਾਇਓ ਵੀ ਪੋਲਟਰੀ ਫਾਰਮ ਵੀ ਆ ਗਿਆ ਵਿੱਚ। ਆ ਅਸੀਂ ਸੜਕ ਦੇ ਉੱਤੇ ਖੜੇ ਆ। ਇਹ ਪੋਲਟਰੀ ਫਾਰਮ 1.5 ਕਰੋੜ ਦਾ ਰੇਟ ਲੱਗਦਾ ਸੀ, ਜਿਹੜਾ ਹੁਣ 9-10 ਲੱਖ ਰੁਪਈਆ 9 ਲੱਖ ਰੁਪਈਆ ਮਾਲਕ ਖੜੇ ਨੇ, 9 ਲੱਖ ਰੁਪਈਆ ਦੇ ਰਹੇ ਨੇ। ਕਿਉਂ ਢਿੱਡ ਤੇ ਲੱਤ ਮਾਰਦੇ ਹੋ? ਮੋਦੀ ਨੇ ਪੈਸੇ ਦੇਣੇ ਨੇ। ਕੈਪਟਨ ਸਾਹਿਬ ਜਾਂਦੇ ਜਾਂਦੇ ਕੋਈ ਭਲਾ ਕਰ ਜਾਓ, ਮੋਦੀ ਤੋਂ ਪੈਸੇ ਇਹਨਾਂ ਦੇ ਚੰਗੀ ਤਰ੍ਹਾਂ ਦਬਾਓ। ਜੇ 30 ਲੱਖ ਦੀ ਜ਼ਮੀਨ ਤੇ 1.25 ਕਰੋੜ ਰੁਪਈਆ ਦਬਾਓ, ਨਾਲ ਇੱਕ ਸਰਕਾਰੀ ਨੌਕਰੀ, ਕਿਉਂਕਿ ਅਗਲੇ ਦਾ ਮੋਹ ਹੁੰਦਾ ਜ਼ਮੀਨ ਨਾਲ ਜੁੜਿਆ ਹੁੰਦਾ, ਉਹਨੇ ਵਾਹੀ ਹੁੰਦੀ ਆ, ਉਹਦੇ ਪਿਓ ਨੇ ਦਾਦੇ ਨੇ ਵੀ ਵਾਹੀ ਹੁੰਦੀ ਆ। ਬੰਦੇ ਨੂੰ ਜ਼ਮੀਨ ਛੱਡਣੀ ਔਖੀ ਆ। ਜੇ ਤੁਸੀਂ ਉਹਨਾਂ ਤੋਂ ਜ਼ਮੀਨ ਪਹਿਲਾਂ ਪੁੱਛਣਾ ਤਾਂ ਲੈਣਾ ਸੀ ਵੀ ਜ਼ਮੀਨ ਛਡਾਉਣੀ ਆ ਭਾਈ, ਬੈਠੋ ਆ ਕੇ ਮੇਰੇ ਨਾਲ। ਤੁਹਾਨੂੰ ਇਹਨਾਂ ਨੇ ਹੀ ਵੋਟਾਂ ਦਿੱਤੀਆਂ ਸੀ, ਇਹੀ ਟੈਕਸ ਦਿੰਦੇ ਨੇ। ਜਿਹੜੀਆਂ ਤੁਹਾਡੀਆਂ ਸਰਕਾਰੀ ਕੋਠੀਆਂ ਨੇ, ਜਿਹੜੇ ਅੱਜ ਆ ਸਰਕਾਰੀ ਅਫਸਰ ਇਹਨਾਂ ਦੀਆਂ ਗੱਲਾਂ ਨਹੀਂ ਸੁਣਦੇ, ਤਹਿਸੀਲਦਾਰ SDM ਕਦੇ ਕਿਸੇ ਕੋਲ ਜਾਂਦੇ ਆ, ਇਹਨਾਂ ਦੀਆਂ ਸਾਰੀਆਂ ਕੋਠੀਆਂ ਤੋਂ ਲਾ ਤਨਖਾਹਾਂ ਤੋਂ ਲਾ ਇਹ ਡੇਲੀ ਜਿਹੜਾ ਟੈਕਸ ਤੁਹਾਨੂੰ ਪਤਾ ਨਾ ਟੈਕਸ ਦਿੰਦੇ ਨੇ, ਟੈਕਸ ਵਾਲਾ ਪੈਸਾ ਹੀ ਤੁਸੀਂ ਵਰਤ ਰਹੇ ਹੋ।
ਪੈਸੇ ਵੀ ਦੇਣ ਵਾਲੇ ਇਹ, ਵੋਟ ਦੇਣ ਵਾਲੇ ਵੀ ਇਹ, ਮੁੜ ਕੇ ਤੁਸੀਂ ਕਿਉਂ ਤੰਗ ਪਰੇਸ਼ਾਨ ਕਰ ਰਹੇ ਹੋ? ਕਿਸ ਤਰੀਕੇ ਤੁਸੀਂ ਇਹਨਾਂ ਦੇ ਢਿੱਡ ਤੇ ਲੱਤ ਮਾਰ ਕੇ ਕਿੱਧਰ ਜਾਣਗੇ? 5 ਕਿੱਲੇ ਵਾਲੇ ਦੇ ਘਰ ਵੀ ਆ ਗਿਆ, ਵਿੱਚ ਜ਼ਮੀਨ ਵੀ ਆ ਗਈ, ਕੋਈ ਕੰਮ ਕਾਜ ਚੱਲਦਾ ਉਹ ਵੀ ਆ ਗਈ। ਇਹ ਪੈਸਾ ਕਿੱਥੋਂ ਆਪਣੇ ਬੱਚਿਆਂ ਦਾ ਢਿੱਡ ਪਾਲਣਗੇ? ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਮੂੰਹ ਦਿਖਾਉਣਗੇ ਵੀ ਤੁਸੀਂ ਸਟਰਗਲ ਕਿਉਂ ਨਹੀਂ ਕੀਤਾ? ਇਹ ਤਾਂ ਹੀ ਪੁੱਛਣਗੇ ਵੀ ਕਿਵੇਂ ਜ਼ਮੀਨਾਂ ਦੇਤੀਆਂ ਸਰਕਾਰ ਨੂੰ। ਮੁੜ ਕੇ ਜੇ ਕਿਸੇ ਕਿਸਾਨ ਦੀ ਜ਼ਮੀਨ ਆ ਗਈ ਤਾਂ ਘੱਟੋ ਘੱਟ ਉਹਦੀ ਤਕਸੀਮ ਤੇ ਕਰਾਓ ਨਾ। ਮੁੜ ਕੇ ਇਹ ਕਿੰਨਿਆਂ ਦੇ ਨਾਂ ਤੇ ਖਾਤਾ ਚੜਿਆ ਹੁੰਦਾ, ਸਾਰਿਆਂ ਨੂੰ ਪੈਸਾ ਜਾਣਾ। ਉਹ ਤਾਂ ਰਗੜਿਆ ਗਿਆ ਜਿਹੜੇ ਬੰਦੇ ਦੀ ਜ਼ਮੀਨ ਆ ਗਈ, ਜਿਹਦੀ ਤਕਸੀਮ ਕਰਾਏ ਬਿਨਾਂ ਜ਼ਮੀਨ ਨਹੀਂ ਚੜਾਉਣੀ। ਨੌਕਰੀ ਦਿਓ, ਜਿੰਨਾ ਮਾਰਕੀਟ ਰੇਟ ਆ ਉਹ ਤੋਂ 4 ਗੁਣਾ ਜ਼ਿਆਦਾ ਮੁੱਲ ਦਿਓ। ਤੇ ਇੱਕ ਵੱਡੀ ਗੱਲ, ਜਿਹੜੀਆਂ ਅੱਜ ਕੱਲ੍ਹ ਸੜਕਾਂ ਨੇ ਬਾਈ ਜੀ, ਤੁਹਾਨੂੰ ਪਤਾ ਧੰਦਾ ਨੇ ਸੜਕਾਂ, ਕੱਲੀਆਂ ਸੜਕਾਂ ਨਹੀਂ ਹੈਗੀਆਂ, ਸਰਕਾਰੀ ਸੜਕਾਂ ਨੇ ਵੀ ਮੁਫਤ 'ਚ ਆ। ਸੜਕਾਂ ਦਾ ਨਾਲੇ ਪਹਿਲਾਂ ਇਹ ਗੱਡੀ ਖਰੀਦਣ ਵੇਲੇ ਰੋਡ ਟੈਕਸ ਲੈਂਦੇ ਨੇ, ਫਿਰ ਸੜਕਾਂ ਉੱਤੇ ਟੋਲ ਟੈਕਸ ਲੈਂਦੇ ਆ। ਕੈਪਟਨ ਸਾਹਿਬ ਤੁਹਾਨੂੰ ਪਤਾ ਵੀ ਤੁਸੀਂ ਸੜਕਾਂ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਦਿੰਦੇ ਹੋ, ਫਿਰ ਉਹਨਾਂ ਤੋਂ ਤੁਸੀਂ ਮੋਟਾ ਪੈਸਾ ਲੈਂਦੇ ਹੋ, ਮੁੜ ਕੇ ਮੋਟਾ ਪੈਸਾ ਲੋਕਾਂ ਤੋਂ ਲੈਂਦੇ ਨੇ। ਜੇ ਕਿਸੇ ਕਿਸਾਨ ਦੇ ਖੇਤ ਵਿੱਚੋਂ ਸੜਕ ਨਿਕਲ ਗਈ ਤਾਂ ਉਹਨੂੰ ਰਾਇਲਟੀ ਦਿੱਤੀ ਜਾਵੇ ਸਾਰੀ ਉਮਰ ਦੀ, ਜਦੋਂ ਤੱਕ ਉਹਦੇ ਉੱਤੇ ਟੋਲ ਟੈਕਸ ਲੱਗਿਆ ਹੋਇਆ ਉਹਨੂੰ ਸਾਰੀ ਉਮਰ ਮਹੀਨੇ ਦੀ ਮਹੀਨੇ ਪੈਸੇ ਆਉਣ, ਕਿਉਂਕਿ ਉਹ ਤੋਂ ਪ੍ਰਾਈਵੇਟ ਕੰਪਨੀਆਂ ਪੈਸਾ ਕਮਾ ਰਹੀਆਂ ਨੇ ਤੇ ਉਹ ਆਪਣੇ ਪੁਰਖਿਆਂ ਦੀ ਜ਼ਮੀਨ ਤੁਹਾਨੂੰ ਦੇ ਰਹੇ ਨੇ। ਇਹ ਬਹੁਤ ਵੱਡੀ ਗੱਲ ਆ। ਸੋ ਇਹ ਡਿਮਾਂਡਸ ਨੇ ਸਾਡੀਆਂ, ਤਕਸੀਮ ਕਰਾਈ ਜਾਵੇ, ਰਾਇਲਟੀ ਦਿੱਤੀ ਜਾਵੇ, ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ, ਮਾਰਕੀਟ ਰੇਟ ਤੋਂ 4 ਗੁਣਾ ਜ਼ਿਆਦਾ ਪੈਸਾ ਦਿੱਤਾ ਜਾਵੇ, ਇੱਕ ਜਿਹੜੀ ਆ ਕਿ ਪਾਈਪਲਾਈਨ ਕੱਢੀ ਜਾਵੇ। ਜੇ ਉਹਦੀ ਜ਼ਮੀਨ 2 ਫਾੜ ਹੋ ਗਈ, ਹਾਂ ਜੇ ਕਿਸੇ ਕਿਸਾਨ ਦੀ ਜ਼ਮੀਨ 2 ਫਾੜ ਹੋ ਗਈ ਉਹਨੂੰ ਮੁਆਵਜ਼ਾ ਜ਼ਿਆਦਾ ਦਿੱਤਾ ਜਾਵੇ, ਕਿਉਂਕਿ ਅਗਲੇ ਦਾ ਬੋਰ ਕਿਸੇ ਪਾਸੇ ਰਹਿ ਗਿਆ, ਕੋਠਾ ਕਿਸੇ ਪਾਸੇ ਰਹਿ ਗਿਆ, ਇੱਕ ਜ਼ਮੀਨ ਕਿਸੇ ਪਾਸੇ ਰਹਿ ਗਈ। ਜੇ ਕਿਸੇ ਦਾ ਘਰ ਆ ਗਿਆ ਜਾਂ ਜਿਵੇਂ ਆ ਪੋਲਟਰੀ ਫਾਰਮ ਆ ਗਿਆ, ਉਹਨੂੰ ਵੀ ਮੁਆਵਜ਼ਾ ਜ਼ਿਆਦਾ ਦਿੱਤਾ ਜਾਵੇ, ਜਿੰਨਾ ਉਹਦਾ ਮੁੱਲ ਬਣਦਾ 4 ਗੁਣਾ ਰੇਟ ਦੇ ਨਾਲ। ਸੜਕ ਮਾਤਰੇ ਦੇ ਸੰਬੰਧੀ ਸਵਾਲ ਕਰਿਆ ਗਿਆ ਸੀ। ਮੈਂ ਮੰਨਦੀ ਹਾਂ, ਮੈਂ ਤੇ ਉਹੀ ਗੱਲ ਕਰ ਰਹੀ ਹਾਂ ਨਾ। ਮੈਂ ਕੈਪਟਨ ਸਾਹਿਬ ਨੂੰ ਇਹ ਕਹਿੰਦੀ ਹਾਂ ਵੀ ਜ਼ਮੀਨਾਂ ਦੇ ਮੁੱਲ ਤਾਂ ਤੁਹਾਡੇ ਬੰਦੇ ਤੈਅ ਕਰ ਰਹੇ ਨੇ ਨਾ ਇੱਥੇ ਆ ਕੇ। ਉਹ ਕਹਿੰਦੇ ਅਸੀਂ ਲਿਖ ਚੁੱਕੇ, ਅਸੀਂ ਦੇ ਚੁੱਕੇ, ਪਰ ਸੈਂਟਰ ਨਹੀਂ ਮੰਨ ਰਿਹਾ ਚੀਜ਼ ਬਾਰੇ, ਉਹ ਚੀਜ਼ ਬਾਰੇ ਪੈਸਾ ਬਿਲਕੁਲ। ਦੇਖੋ ਵੱਡੀ ਗੱਲ ਇਹ ਹੈ ਵੀ ਜੇ ਉਹ ਕਿਸਾਨਾਂ ਦਾ, ਤੁਹਾਡੇ ਕਿਸਾਨ ਨੇ, ਤੁਹਾਨੂੰ ਇਹ ਰੋਜ਼ ਪੈਸਾ ਦਿੰਦੇ ਆ ਜੇਬ ਚੋਂ, ਤੁਹਾਨੂੰ ਇਹ ਵੋਟਾਂ ਦਿੰਦੇ ਨੇ। ਜੇ ਉਹਨਾਂ ਦੀ 30 ਲੱਖ ਦੀ ਜ਼ਮੀਨ ਨੂੰ ਤੁਸੀਂ 9 ਲੱਖ 'ਚ ਕਰ ਰਹੇ ਹੋ, ਜੇ 60 ਲੱਖ ਦੀ ਜ਼ਮੀਨ ਦਾ ਰੇਟ, ਸਾਰੀਆਂ ਦੀ ਜ਼ਮੀਨਾਂ ਦਾ ਰੇਟ, ਕਿਸੇ ਦਾ ਘਰ ਆ ਰਿਹਾ ਪੋਲਟਰੀ ਫਾਰਮ, ਤੁਸੀਂ 9 ਲੱਖ ਦੇ ਰਹੇ ਹੋ, ਤੁਸੀਂ ਮਨਾ ਕਰ ਦਿਓ ਵੀ ਜੇ ਤੁਸੀਂ ਇਹ ਭੁੱਖੇ ਥੋੜੀ ਮਾਰਨੇ ਆ, ਸੜਕਾਂ ਤੇ ਥੋੜੀ ਲਿਆਉਣੇ ਆ। ਅਗਲੇ ਆਪਣੇ ਬੱਚਿਆਂ ਦਾ ਢਿੱਡ ਕਿਵੇਂ ਭਰਨਗੇ? ਜੇ ਤੁਹਾਨੂੰ ਲੱਗਦਾ ਆਪਣੇ ਕਿਸਾਨਾਂ ਦੇ ਬਣੋ ਨਾ, ਇਹਨਾਂ ਦੇ ਨਾਲ ਖੜੋ, ਇਹਨਾਂ ਦੀ ਗੱਲ ਸੁਣੋ ਵੀ ਨਾ ਭਾਈ, ਜੇ ਤੂੰ ਸਾਡੇ ਕਿਸਾਨਾਂ ਦੀ ਜਿੰਨੀ ਬਣਦੀ ਕੀਮਤ ਆ, ਹੁਣ ਤੁਸੀਂ ਕਿਸੇ ਦੇ ਰੁਜ਼ਗਾਰ ਤੇ ਲੱਤ ਮਾਰ ਰਹੇ ਹੋ ਤਾਂ ਰੁਜ਼ਗਾਰ ਪੈਦਾ ਕਰਕੇ ਦਿਓਗੇ ਨਾ। ਇੱਕ ਸਰਕਾਰੀ ਨੌਕਰੀ ਦੇ ਦਿਓ, ਸਰਕਾਰੀ ਨੌਕਰੀ ਦਿਓ, ਮੁਆਵਜ਼ਾ ਜ਼ਿਆਦਾ ਦਿਓ ਤਾਂ ਕਿ ਉਹ ਖੜਾ ਹੋ ਸਕੇ ਆਪਣੇ ਪੈਰਾਂ ਤੇ, ਆਪਣਾ ਕੋਈ ਕੰਮਕਾਜ ਤੋਰ ਲਵੇ। ਜਾਂ ਫਿਰ ਉਹਦੀ ਪੂਰੀ, ਜੇ ਕਿਸੇ ਦੇ 2-3 ਕਿੱਲੇ ਆ ਗਏ ਤਾਂ ਪੂਰੀ ਜ਼ਮੀਨ ਲੈ ਕੇ ਇੱਕ ਪੂਰੀ ਜ਼ਮੀਨ ਕਿਤੇ ਹੋਰ ਦਬਾਓ ਫਿਰ ਕਿਸੇ ਤਰੀਕੇ, ਕਿਉਂਕਿ ਉਹ ਨਿੱਕੇ ਜੇ ਕੁਛ ਕਨਾਲਾਂ ਦਾ ਕਰੂਗਾ ਕੀ? ਜੇ ਮੰਨ ਲਓ ਕਿ 3 ਕਿੱਲੇ ਵਾਲਾ ਵਿੱਚ 2.5 ਕਿੱਲੇ ਉਹ ਤੇ ਆ ਗਏ, ਅੱਧੇ ਕਿੱਲੇ ਤਾਂ ਉਹਨੇ ਕੀ ਕਰਨਾ? ਫਿਰ ਪੂਰੇ ਦੀ ਪੂਰੀ ਲੈ ਕੇ ਮੁੱਲ ਦਿਓ। ਜਾਂ ਪਹਿਲੀ ਗੱਲ ਤੇ ਕਿਸਾਨ ਦੇਣਾ ਨਹੀਂ ਚਾਹੁੰਦੇ, ਉਹ ਕਹਿੰਦੇ ਵੀ ਅਸੀਂ ਖੁਸ਼ ਹਾਂ, ਸਾਨੂੰ ਸਾਡੀਆਂ ਜ਼ਮੀਨਾਂ ਵਾਹੁਣ ਦਿਓ। ਤੇ ਜੇ ਤੁਸੀਂ ਹੁਣ ਇਸ ਗੱਲ ਤੇ ਆ ਹੀ ਗਏ ਵੀ ਤੁਹਾਨੂੰ ਬਹੁਤ ਜ਼ਰੂਰੀ ਆ, ਪਹਿਲਾਂ ਵਾਲੀਆਂ ਸੜਕਾਂ ਤਾਂ ਹਲੇ ਜਿੰਨੀਆਂ ਪੰਜਾਬ ਦੇ ਵਿੱਚ ਬਣੀਆਂ ਉਹ ਠੀਕ ਨਹੀਂ ਹੋਈਆਂ, ਪਹਿਲਾਂ ਵਾਲੀਆਂ ਸੜਕਾਂ ਦਾ ਤਾਂ ਬੁਰਾ ਹਾਲ ਆ, ਤੁਸੀਂ ਉਹਨਾਂ ਦੀ ਮੁਰੰਮਤ ਕਰਾ ਦਿਓ। ਸਾਨੂੰ ਇੰਨੀ ਉਪਜਾਊ ਧਰਤੀ ਉੱਤੇ ਤੁਸੀਂ ਸੜਕਾਂ ਦਾ ਜਾਲ ਬੁਣ ਕੇ ਅਸੀਂ ਇੰਨੀ ਫਸਲ ਦਿੰਦੇ ਆ, ਪੂਰੇ ਭਾਰਤ ਲਈ ਦਿੰਦੇ ਆ, ਬਾਹਰਲੇ ਦੇਸ਼ਾਂ 'ਚ ਸਾਡੀਆਂ ਫਸਲਾਂ ਜਾਂਦੀਆਂ ਨੇ, ਤੁਸੀਂ ਲੋੜ ਤੋਂ ਜ਼ਿਆਦਾ ਸੜਕਾਂ ਬਣਾਈ ਕਿਉਂ ਰਹੇ ਹੋ? ਕਾਰਪੋਰੇਟ ਘਰਾਣੇ ਦੀ ਸਾਨੂੰ ਇੰਨੀ ਜ਼ਰੂਰਤ ਨਹੀਂ ਹੈਗੀ। ਜੇ ਸਾਡੇ ਕੋਈ ਇੰਡਸਟਰੀ ਲਾਉਣੀ ਆ, ਸਾਡੇ ਪੰਜਾਬ ਦੇ ਉਦਯੋਗ ਲਾਓ, ਖੇਤੀ ਨਾਲ ਸੰਬੰਧਿਤ ਉਦਯੋਗ ਲਾਓ, ਸਾਡੇ ਲੋਕਲ ਉਦਯੋਗਪਤੀ ਖੜੇ ਕਰੋ, ਇਹਨਾਂ ਕਿਸਾਨਾਂ ਨੂੰ ਟ੍ਰੇਨਿੰਗ ਦਿਓ, ਇਹ ਆਪਣੀਆਂ ਨਿੱਕੀਆਂ ਪ੍ਰੋਸੈਸਿੰਗ ਯੂਨਿਟਸ ਲਾਉਣ, ਕਿਵੇਂ ਦਾਲਾਂ ਪਾਲਿਸ਼ ਕਰਕੇ ਵੇਚਣ, ਚੀਜ਼ਾਂ ਪੈਕ ਕਰਕੇ ਭੇਜਣ। ਪਰ ਉਸ ਚੀਜ਼ ਬਣੀ ਤੁਹਾਡਾ ਕੋਈ ਧਿਆਨ ਨਹੀਂ ਵੀ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਕਰਕੇ ਉਹ ਆਪਣੀ ਆਲੂ ਦੀ ਥਾਂ ਤੇ ਚਿਪਸ ਭੇਜਣ, ਟਮਾਟਰ ਦੀ ਥਾਂ ਤੇ ਸੌਸ ਭੇਜਣ। ਇਹਨਾਂ ਨੂੰ ਕੋਈ ਟ੍ਰੇਨਿੰਗ ਦਿਓ ਵੀ ਇਹ ਆਪਣੀਆਂ ਫਸਲਾਂ ਨੂੰ ਮਹਿੰਗੀਆਂ ਕਰਨ। ਚੌਲਾਂ ਦੀ ਥਾਂ ਤੇ ਇਹਨਾਂ ਨੂੰ ਕਹੋ ਬਾਸਮਤੀ ਲਾਓ, ਬਾਸਮਤੀ ਦਾ ਮੁੱਲ ਜ਼ਿਆਦਾ ਹੁੰਦਾ, ਪਰ ਤੁਹਾਡਾ ਇਸ ਚੀਜ਼ ਬਣੀ ਧਿਆਨ ਨਹੀਂ ਹੈ ਕੋਈ ਵੀ। ਸੋ ਮੈਂ ਬੇਨਤੀ ਕਰਦੀ ਹਾਂ ਵੀ ਸਾਲ ਰਹਿ ਗਿਆ, ਇਹ ਬਹੁਤ ਭੈੜਾ, ਇਹ ਬਹੁਤ ਵੱਡਾ, ਹਲੇ ਹੜਤਾਲਾਂ ਨੇ ਅੰਦੋਲਨ ਦਾ ਰੂਪ ਲੈਣ ਨੂੰ ਤਿਆਰ ਆ। ਮੈਂ ਬੇਨਤੀ ਕਰਦੀ ਹਾਂ, ਸਾਰੇ ਕਿਸਾਨ ਭਰਾ ਖੜੇ ਨੇ ਇੱਥੇ, ਕੈਪਟਨ ਸਾਹਿਬ ਅੱਗੇ, ਪੰਜਾਬ ਦੇ ਮੁੱਖ ਮੰਤਰੀ ਅੱਗੇ, ਜਿਨ੍ਹਾਂ ਨੂੰ ਇਹ ਰੋਜ਼ ਪੈਸੇ ਦਿੰਦੇ ਨੇ ਤੇ ਹਰ 5 ਸਾਲਾਂ ਬਾਅਦ ਵੋਟਾਂ ਦਿੰਦੇ ਨੇ, ਤੇ ਤੁਹਾਡਾ ਫਰਜ਼ ਬਣਦਾ ਵੀ ਆਪਣੇ ਕਿਸਾਨ, ਆਪਣੇ ਜਨਤਾ ਦੇ ਲਈ ਤੁਸੀਂ ਇਹਨਾਂ ਦੇ ਮੁਨਸ਼ੀ ਆ, ਇਹ ਮਾਲਕ ਨੇ। ਸੋ ਮੁਨਸ਼ੀ ਨੂੰ ਮਾਲਕ ਦੀ ਸੁਣਨੀ ਪੈਣੀ ਹੈ, ਕਿਉਂਕਿ ਇਹਨਾਂ ਨੇ ਬਣਾਇਆ, ਪੈਸਾ ਵੀ ਇਹ ਦੇ ਰਹੇ ਨੇ, ਵੋਟਾਂ ਵੀ ਇਹ ਦੇ ਰਹੇ ਨੇ। ਸੋ ਆਪਣੇ ਮਾਲਕ ਦੀ ਸੁਣੋ, ਇਹਨਾਂ ਨੂੰ ਸਮਝੋ ਵੀ ਤੁਹਾਡਾ ਮਾਲਕ ਜੋ ਆਰਡਰ ਦੇ ਰਿਹਾ ਹੈ, ਜਿਨ੍ਹਾਂ ਨੇ ਤੁਹਾਨੂੰ ਬਣਾਇਆ, ਸਰਕਾਰੀ ਕੋਠੀਆਂ 'ਚ ਬੈਠਣ ਦੇ ਲਾਇਕ ਬਣਾਇਆ, ਤੁਹਾਡਾ ਮੋਤੀ ਮਹਿਲ ਗਿਰਵੀ ਸੀ, ਉਹਦੀ
ਤੁਹਾਨੂੰ ਉਹ ਤੁਹਾਡੇ ਕਹਿ ਲਓ ਵਾਪਸ ਲੈ ਲਿਆ। ਤੁਸੀਂ ਉਸ ਗੱਲ ਦੀ ਕਦਰ ਕਰੋ ਵੀ ਇਹ ਪੰਜਾਬ ਦੇ ਲੋਕਾਂ ਨੇ ਸਾਨੂੰ ਬਹੁਤ ਕੁਝ ਦਿੱਤਾ। ਤੇ ਮੈਂ ਉਮੀਦ ਕਰਦੀ ਹਾਂ ਵੀ ਇਹ ਸਾਰੀ ਗੱਲਬਾਤ ਸੁਣ ਕੇ ਤੁਸੀਂ ਠੰਡੇ ਮਤੇ ਨਾਲ ਇਹ ਸੋਚੋਗੇ ਵੀ ਪਹਿਲਾਂ ਹੀ ਬੜਾ ਜ਼ਿਆਦਾ ਜਲੂਸ ਨਿਕਲਿਆ ਹੋਇਆ 4 ਸਾਲਾਂ ਦਾ, ਜਾਂਦੇ ਜਾਂਦੇ ਕਿਤੇ ਜਮਾਂ ਹੀ, ਕਿਉਂਕਿ ਬਦਦੁਆਵਾਂ ਕੈਪਟਨ ਸਾਹਿਬ ਬੜੀਆਂ ਤੰਗ ਕਰਦੀਆਂ ਹੁੰਦੀਆਂ। ਬਦਦੁਆਵਾਂ ਨਾ ਬੰਦੇ ਨੂੰ ਰਾਤਾਂ ਦੀ ਚੈਨ ਉਡਾ ਦਿੰਦੀਆਂ, ਤੇ ਜਦੋਂ ਇੰਨੇ ਲੋਕ ਤੁਹਾਡੇ ਬਾਰੇ ਮਾੜਾ ਸੋਚਣ ਲੱਗ ਜਾਣ ਨਾ, ਤਾਂ ਕੁਦਰਤ ਉਸ ਚੀਜ਼ ਉੱਤੇ ਐਕਸ਼ਨ ਲੈ ਲੈਂਦੀ। ਫਸਲਾਂ ਉੱਤੇ MSP ਵੀ ਦੇਵਾਂਗੇ, ਸੋ ਸਾਰਾ ਕੁਝ ਕਰਾਂਗੇ। ਬਸ ਗੱਲ ਇਹ ਆ ਵੀ ਸਾਲ ਕੁ ਤੰਗ ਨਾ ਕਰੋ, ਕਿਤੇ ਜਾਂਦੇ ਜਾਂਦੇ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਮੋਦੀ ਨੂੰ ਨਾ ਸਮਾ ਦਿਓ। ਸਾਲ ਕੁ ਤੁਸੀਂ ਕੋਈ ਗੱਲ ਨਹੀਂ, ਬਹੁਤ ਤੁਹਾਡੇ ਕੋਲ ਪੈਸਾ ਇਕੱਠਾ ਹੋ ਗਿਆ, ਹੁਣ ਤੁਸੀਂ ਕਿਸੇ ਦੇਸ਼ ਵਿਦੇਸ਼ 'ਚ ਜਾ ਕੇ ਜਾਂ ਆਪਣੇ ਮੋਤੀ ਮਹਿਲ 'ਚ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੀ ਲਾਈਫ ਇੰਜੋਏ ਕਰਿਓ। ਉਹ ਤੋਂ ਬਾਅਦ ਅਸੀਂ ਸੇਵਾ ਕਰਾਂਗੇ। ਅਸੀਂ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ, ਪੰਜਾਬ ਨੂੰ ਵਧੀਆ ਬਣਾਵਾਂਗੇ। ਮੇਰੀ ਬੇਨਤੀ ਹੈ ਕੈਪਟਨ ਸਾਹਿਬ ਅੱਗੇ ਕਿ ਕਿਰਪਾ ਕਰਕੇ ਸਾਡੀਆਂ ਜ਼ਮੀਨਾਂ ਨੂੰ ਮੋਦੀ